देश दुनिया ਵਿੱਚ ਵਸਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਆਦਾਬ। ਮੈਂ ਤੁਹਾਡਾ ਆਪਣਾ ਹੋਸਟ ਅੰਕੁਸ਼ ਸ਼ਰਮਾ ਲੈ ਕੇ ਹਾਜ਼ਰ ਹਾਂ ਆਪਣਾ ਪ੍ਰੋਗਰਾਮ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ, ਜੋ ਕਿ ਸਾਡੇ ਦੇਸ਼ ਦੇ 75ਵੇਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਹੈ। ਅਤੇ ਅੱਜ ਦੇ ਇਸ ਪ੍ਰੋਗਰਾਮ ਦਾ ਨਾਮ ਹੈ #AIR ਨੈਕਸਟ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਆਪਣੇ ਦੇਸ਼ ਦੀ ਆਜ਼ਾਦੀ ਦੇ 75ਵੇਂ ਸਾਲ ਦਾ ਜਸ਼ਨ ਮਨਾਵਾਂਗੇ ਅਤੇ ਸਾਡੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਸ਼ਹੀਦ ਹੋਏ ਉਹਨਾਂ ਸਾਰੇ ਦੇਸ਼ ਭਗਤਾਂ ਨੂੰ ਕੁਝ ਗੀਤਾਂ ਦੇ ਰੂਪ ਵਿੱਚ ਸ਼ਰਧਾਂਜਲੀ ਪੇਸ਼ ਕਰਾਂਗੇ, ਜਿਨ੍ਹਾਂ ਨੇ ਸਾਡੇ ਦੇਸ਼ ਦੀ ਆਜ਼ਾਦੀ ਲਈ ਬਿਨਾਂ ਕਿਸੇ ਚੀਜ਼ ਦੀ ਪਰਵਾਹ ਕੀਤੇ ਆਪਣੀ ਜਾਨ ਦੀਆਂ ਕੁਰਬਾਨੀਆਂ ਦਿੱਤੀਆਂ। ਜਿਨ੍ਹਾਂ ਦੇ ਵਿੱਚੋਂ ਕੁਝ ਨਾਵਾਂ ਦਾ ਜ਼ਿਕਰ ਮੈਂ ਕਰ ਰਿਹਾ ਹਾਂ, ਜਿਵੇਂ ਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ, ਸਰਦਾਰ ਊਧਮ ਸਿੰਘ ਅਤੇ ਸਰਦਾਰ ਕਰਤਾਰ ਸਿੰਘ ਸਰਾਭਾ ਨੇ ਆਪਣੀ ਜਾਨ ਦੀ ਕੁਰਬਾਨੀ ਦਿੱਤੀ। ਮਹਾਤਮਾ ਗਾਂਧੀ ਜੀ ਨੇ ਇਸ ਆਜ਼ਾਦੀ ਦੀ ਲੜਾਈ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਉਹਨਾਂ ਨੇ ਸੱਤਿਆਗ੍ਰਹਿਾਂ ਅਤੇ ਅੰਦੋਲਨਾਂ ਦੇ ਰੂਪ ਦੇ ਵਿੱਚ ਪੂਰੇ ਦੇਸ਼ ਦੀ ਜਨਤਾ ਨੂੰ ਇਕੱਠਾ ਕੀਤਾ ਅਤੇ ਏਕਤਾ ਦਾ ਗੁਣ ਜਨਤਾ ਦੇ ਵਿੱਚ ਸਥਾਪਿਤ ਕੀਤਾ, ਜਿਸ ਦੇ ਨਾਲ ਭਾਰਤ ਦੀ ਜਨਤਾ ਨੇ ਅੰਗਰੇਜ਼ਾਂ ਦੇ ਖਿਲਾਫ ਡਟ ਕੇ ਲੜਾਈ ਲੜੀ ਅਤੇ ਆਜ਼ਾਦੀ ਹਾਸਿਲ ਕੀਤੀ। ਪਰ ਜੇਕਰ ਦੇਖਿਆ ਜਾਵੇ ਤਾਂ ਇਹ ਆਜ਼ਾਦੀ ਦੀ ਲੜਾਈ ਸੰਨ 1857 ਤੋਂ ਚੱਲ ਰਹੀ ਹੈ, ਜਦੋਂ ਸੰਨ 1857 ਦੇ ਵਿਦਰੋਹ ਦੇ ਵਿੱਚ ਰਾਣੀ ਲਕਸ਼ਮੀ ਬਾਈ ਅਤੇ ਮੰਗਲ ਪਾਂਡੇ ਜਿਹੇ ਸੂਰਮਿਆਂ ਨੇ ਅੰਗਰੇਜ਼ ਸ਼ਾਸਨ ਦਾ ਡਟ ਕੇ ਵਿਰੋਧ ਕੀਤਾ ਅਤੇ ਉੱਥੋਂ ਹੀ ਆਜ਼ਾਦੀ ਦਾ ਬੀਜ ਭਾਰਤ ਦੇ ਲੋਕਾਂ ਦੇ ਵਿੱਚ ਫੁੱਟ ਚੁੱਕਾ ਸੀ। ਅਤੇ ਆਓ ਅਸੀਂ ਅੱਜ ਉਹਨਾਂ ਦੇਸ਼ ਭਗਤਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਅਤੇ ਮਹਾਤਮਾ ਗਾਂਧੀ ਜੀ ਦੇ ਯੋਗਦਾਨ ਨੂੰ ਵੀ ਧਿਆਨ ਵਿੱਚ ਰੱਖਦਿਆਂ ਹੋਇਆਂ ਆਪਣੇ ਇਸ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਨੂੰ ਮਨਾਉਣਾ ਸ਼ੁਰੂ ਕਰਦੇ ਹਾਂ। ਅਤੇ ਚਲੋ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਦੇਸ਼ ਭਗਤੀ ਨਾਲ ਭਰਪੂਰ ਇਸ ਗੀਤ ਨੂੰ ਸੁਣ ਕੇ। कर चले हम फिदा जानो तन साथियों, अब तुम्हारे हवाले वतन साथियों। कर चले हम फिदा जानो तन साथियों, अब तुम्हारे हवाले वतन साथियों। कर चले हम फिदा जानो तन साथियों, अब तुम्हारे हवाले वतन साथियों। थमती गई नब्ज जमती गई, फिर भी बढ़ते कदम को न रुकने दिया। कट गए सर हमारे तो कुछ गम नहीं, सर हिमालय का हमने न झुकने दिया। मरते मरते रहा बागपन साथियों, अब तुम्हारे हवाले वतन साथियों। कर चले हम फिदा जान तन साथियों, अब तुम्हारे हवाले वतन साथियों। जिंदा रहने के मौसम बहुत हैं, मगर जान देने की रुत रोज आती नहीं। हुस्न और इश्क दोनों को रुसवा करे वो जवानी जो खून में नहाती नहीं। आज धरती बनी है दुल्हन साथियों,
अब तुम्हारे हवाले वतन साथियों, कर चले हम फिदा जानो तन साथियों, अब तुम्हारे हवाले वतन साथियों। ਦੇਸ਼ ਭਗਤੀ ਨਾਲ ਭਰਪੂਰ ਇਸ ਗੀਤ ਨੂੰ ਸੁਣ ਕੇ ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਵੀ ਆਪਣੇ ਦੇਸ਼ ਦੇ ਪ੍ਰਤੀ ਕੁਝ ਜ਼ਿੰਮੇਵਾਰੀਆਂ ਦਾ ਅਹਿਸਾਸ ਜ਼ਰੂਰ ਹੋਇਆ ਹੋਵੇਗਾ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਵੇਗਾ ਕਿ ਅਗਲੇ ਸਾਲ 2022 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਮੁੜ ਹੋਣ ਜਾ ਰਹੀਆਂ ਹਨ ਅਤੇ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਸਾਡੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਮਤਦਾਨ ਦੇ ਅਧਿਕਾਰ ਦੀ ਉਚਿਤ ਵਰਤੋਂ ਕਰਦਿਆਂ ਹੋਇਆਂ ਕਿਸੇ ਐਸੇ ਉਮੀਦਵਾਰ ਦੀ ਚੋਣ ਕਰੀਏ ਜੋ ਕਿ ਸਾਡੇ ਦੇਸ਼ ਨੂੰ ਤਰੱਕੀ ਦੇ ਰਾਹ 'ਤੇ ਲੈ ਕੇ ਅੱਗੇ ਵਧ ਸਕਦਾ ਹੈ। ਚਲੋ ਇਹ ਗੱਲਾਂ ਤੇ ਚੱਲਦੀਆਂ ਹੀ ਰਹਿਣਗੀਆਂ, ਕਿਉਂ ਨਾ ਅਸੀਂ ਪ੍ਰੋਗਰਾਮ ਨੂੰ ਥੋੜ੍ਹਾ ਜਿਹਾ ਹੋਰ ਅੱਗੇ ਵਧਾਈਏ। ਅਤੇ ਦੇਸ਼ ਭਗਤੀ ਨਾਲ ਭਰਪੂਰ ਇੱਕ ਹੋਰ ਗੀਤ ਸੁਣੀਏ। जहाँ पाँव में पायल, हाथ में कंगन, हो माथे पे बिंदिया, जहाँ पाँव में पायल, हाथ में कंगन, जहाँ पाँव में पायल, हाथ में कंगन, जहाँ पाँव में पायल, हाथ में कंगन, हो माथे पे बिंदिया। It happens only in India. It happens only in India. जहाँ पाँव में पायल, हाथ में कंगन, हो माथे पे बिंदिया। जहाँ जंग पे जाए सिपाही तो खुद सजनी तिलक लगाए, जहाँ जंग पे जाए सिपाही तो खुद सजनी तिलक लगाए, मुंह से तो कुछ ना बोले, चुपके चुपके नीर बहाए। जहाँ जंग पे जाए सिपाही तो खुद सजनी तिलक लगाए, मुंह से तो कुछ ना बोले, चुपके चुपके नीर बहाए, और अश्कों से अपने लिख कर भेजे प्यार की चिट्ठियां। जहाँ दिन निकले सुनकर श्लोक गुरबाणी और अजान, जहाँ दिन निकले सुनकर श्लोक गुरबाणी और अजान, जहाँ मजहब से ऊंचा है इंसान सारे एक समान। अरे आज नहीं है साच को चाहे देख ले सारी दुनिया। शबरी के खाके ढेर राम ने प्रेम की
प्रथा चलाई। शबरी के खाके बेर राम ने प्रेम की प्रथा चलाई। मीरा ने पीकर जहर का प्याला प्रीत की रीत निभाई। जहाँ प्रेम की धुन पे गोपियों संग नाचे कृष्ण कन्हैया। कहीं होता है रे भैया। ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਇਸ ਪ੍ਰੋਗਰਾਮ ਦਾ ਪੂਰਾ ਆਨੰਦ ਮਾਣ ਰਹੇ ਹੋਵੋਗੇ। ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ ਸੀ ਕਿ ਸਾਨੂੰ ਸਾਡੇ ਦੇਸ਼ ਦੀ ਤਰੱਕੀ ਬਾਰੇ ਵਿਚਾਰ ਕਰਕੇ ਅਤੇ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਦੀ ਚੰਗੀ ਤਰ੍ਹਾਂ ਨਾਲ ਜਾਂਚ ਪੜਤਾਲ ਕਰਨ ਤੋਂ ਬਾਅਦ ਹੀ ਆਪਣੀ ਵੋਟ ਉਹਨਾਂ ਨੂੰ ਦੇਣੀ ਚਾਹੀਦੀ ਹੈ। ਦੇਸ਼ ਦੀ ਤਰੱਕੀ ਦੀ ਗੱਲ ਤੋਂ ਯਾਦ ਆਇਆ ਕਿ ਕਿਉਂ ਨਾ ਮੈਂ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਾਂ ਕਿ ਮੈਂ ਅਗਲੇ 20 ਵਰ੍ਹਿਆਂ ਦੇ ਵਿੱਚ ਆਪਣੇ ਇਸ ਮਹਾਨ ਦੇਸ਼ ਨੂੰ ਕਿਹੜੇ ਮੁਕਾਮ 'ਤੇ ਖਲੋਤਾ ਵੇਖ ਰਿਹਾ ਹਾਂ। ਇਹਦੇ ਵਿੱਚ ਮੈਂ ਸਭ ਤੋਂ ਪਹਿਲਾਂ ਇਹੀ ਕਹਾਂਗਾ ਕਿ ਮੇਰਾ ਇਹ ਦੇਸ਼ ਅਗਲੇ 20 ਵਰ੍ਹਿਆਂ ਦੇ ਵਿੱਚ ਆਰਥਿਕ ਮਹਾਸ਼ਕਤੀ ਦੇ ਰੂਪ ਵਿੱਚ ਸਾਹਮਣੇ ਆਵੇਗਾ। ਯਾਨੀ ਕਿ ਮੇਰਾ ਇਹ ਮਹਾਨ ਦੇਸ਼ ਦੁਨੀਆ ਦੀ ਸਭ ਤੋਂ ਵੱਡੀ ਅਰਥ ਵਿਵਸਥਾ ਬਣੇਗਾ। ਮੇਰੇ ਇਸ ਦੇਸ਼ ਦੇ ਵਿੱਚ ਸਾਰੇ ਨਾਗਰਿਕ ਅਮਨ ਅਤੇ ਚੈਨ ਦੇ ਨਾਲ ਆਪਣਾ ਜੀਵਨ ਬਿਤਾਉਣਗੇ। ਮੇਰੇ ਇਸ ਦੇਸ਼ ਦੇ ਵਿੱਚ ਅਗਲੇ 20 ਵਰ੍ਹਿਆਂ ਦੇ ਵਿੱਚ ਬੇਰੁਜ਼ਗਾਰੀ ਪੂਰੀ ਤਰ੍ਹਾਂ 'ਤੇ ਖਤਮ ਹੋ ਜਾਵੇਗੀ। ਮੇਰੇ ਦੇਸ਼ ਦਾ ਅੰਨਦਾਤਾ ਯਾਨੀ ਕਿ ਕਿਸਾਨ ਉਹ ਵੀ ਇੱਕ ਬਹੁਤ ਹੀ ਖੁਸ਼ਹਾਲ ਜੀਵਨ ਬਤੀਤ ਕਰ ਰਿਹਾ ਹੋਵੇਗਾ ਅਤੇ ਕਰਜ਼ੇ ਦੀ ਮਾਰ ਹੇਠ ਆ ਕੇ ਖੁਦਕੁਸ਼ੀਆਂ ਨਹੀਂ ਕਰੇਗਾ। ਅਗਲੇ 20 ਵਰ੍ਹਿਆਂ ਦੇ ਵਿੱਚ ਮੇਰਾ ਇਹ ਦੇਸ਼ ਖੇਡਾਂ ਦੇ ਵਿੱਚ ਵੀ ਅਵਲ ਦਰਜੇ ਦਾ ਪ੍ਰਦਰਸ਼ਨ ਕਰੇਗਾ, ਜਿਸ ਵਿੱਚ ਮੇਰਾ ਇਹ ਦੇਸ਼ ਅਗਲੇ ਆਉਣ ਵਾਲੇ ਓਲੰਪਿਕ ਖੇਡਾਂ, ਰਾਸ਼ਟਰਮੰਡਲ ਖੇਡਾਂ ਅਤੇ ਏਸ਼ੀਆਈ ਖੇਡਾਂ ਦੇ ਵਿੱਚ ਅਨੇਕਾਂ ਮੈਡਲ ਆਪਣੇ ਨਾਮ ਕਰੇਗਾ। तलवारों पे सरवार दिए, अंगारों में जिस्म जलाया है, तब जाके कहीं हमने सर पे ये केसरी रंग सजाया है। ऐ मेरी ज़मीं अफसोस नहीं जो तेरे लिए 100 दर्द सहे, महफूज रहे तेरी आन सदा चाहे जान मेरी ये रहे ना रहे। मेरी ज़मीं महबूब मेरी, मेरी नस नस में तेरा इश्क बहे, फीका ना पड़े कभी रंग तेरा जिस्मों से निकल के खून कहे। तेरी मिट्टी में मिल जावा गुल बन के मैं खिल जावा, इतनी सी है दिल की आरज़ू। तेरी नदियों में बह जावा तेरे खेतों में लहरावा, इतनी सी है दिल की आरज़ू। ਜੇਕਰ ਮੈਂ ਇੱਕ ਹੋਰ ਗੱਲ ਜੋੜਾਂ ਕਿ ਮੈਂ ਆਪਣੇ ਇਸ ਦੇਸ਼ ਨੂੰ ਅਗਲੇ 20 ਵਰ੍ਹਿਆਂ ਦੇ ਵਿੱਚ ਕਿੱਥੇ ਖਲੋਤਾ ਵੇਖਣਾ ਚਾਹੁੰਦਾ ਹਾਂ ਤਾਂ ਇਹਦੇ ਵਿੱਚ ਇੱਕ ਗੱਲ ਹੋਰ ਆਵੇਗੀ ਕਿ ਮੇਰੇ ਇਸ ਦੇਸ਼ ਵਿੱਚ ਗਰੀਬੀ ਪੂਰੇ ਤੌਰ 'ਤੇ ਖਤਮ ਹੋ ਜਾਵੇਗੀ। ਅਤੇ ਹੁਣ ਮੈਂ ਗੱਲ ਕਰਾਂਗਾ ਕਿ ਮੇਰੇ ਇਸ ਮਹਾਨ ਦੇਸ਼ ਨੇ ਆਜ਼ਾਦੀ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਦਾ ਸਫ਼ਰ ਕਿਵੇਂ ਬਤੀਤ ਕੀਤਾ ਹੈ, ਜਿਸ ਵਿੱਚ ਮੈਂ ਇਹ ਦੱਸਾਂਗਾ ਕਿ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੇ ਸ਼ਾਸਨ ਤੋਂ ਲੈ ਕੇ ਨਰਿੰਦਰ ਮੋਦੀ ਜੀ ਦੇ ਸ਼ਾਸਨ ਤੱਕ ਭਾਰਤ ਨੇ ਕਿੰਨਾ ਵਿਕਾਸ ਕੀਤਾ ਹੈ। ਆਓ ਹੁਣ ਅਸੀਂ ਸੰਖੇਪ ਵੇਰਵੇ ਵਿੱਚ ਭਾਰਤ ਦੇ ਇਸ ਵਿਕਾਸ ਯਾਤਰਾ ਦੇ ਬਾਰੇ ਜਾਣਦੇ ਹਾਂ। 15 ਅਗਸਤ 1947 ਤੋਂ ਲੈ ਕੇ ਅੱਜ ਤੱਕ ਭਾਰਤ ਨੇ ਹਰ ਖੇਤਰ ਦੇ ਵਿੱਚ ਬਹੁਤ ਵਿਕਾਸ ਕੀਤਾ ਹੈ, ਜਿਸ ਵਿੱਚ ਖੇਡਾਂ, ਮਨੋਰੰਜਨ, ਵਿਗਿਆਨ, ਵਿੱਦਿਆ, ਅਰਥ ਵਿਵਸਥਾ
ਅਤੇ ਹੋਰ ਵੀ ਕਈ ਖੇਤਰ ਸ਼ਾਮਲ ਹਨ। ਅੰਗਰੇਜ਼ ਸ਼ਾਸਨ ਤੋਂ ਆਜ਼ਾਦੀ ਮਿਲਦੇ ਸਾਰ ਹੀ ਭਾਰਤ ਵਿੱਚ ਮਤਦਾਨ ਦਾ ਅਧਿਕਾਰ ਹਰ ਬਾਲਿਗ ਨਾਗਰਿਕ ਨੂੰ ਮਿਲ ਚੁੱਕਾ ਸੀ ਅਤੇ 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਹੋਇਆ, ਜਿਸ ਦੇ ਨਾਲ ਭਾਰਤ ਇੱਕ ਗਣਤੰਤਰ ਦੇ ਰੂਪ ਵਿੱਚ ਦੁਨੀਆ ਦੇ ਸਾਹਮਣੇ ਆਇਆ। 1951 ਵਿੱਚ ਪਹਿਲੀ ਵਾਰ ਆਮ ਚੋਣਾਂ ਹੋਈਆਂ, ਜਿਸ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਨੇ ਪਹਿਲੇ ਪ੍ਰਧਾਨ ਮੰਤਰੀ ਦੇ ਵਜੋਂ ਆਪਣੀ ਜ਼ਿੰਮੇਵਾਰੀ ਸੰਭਾਲੀ ਅਤੇ ਦੇਸ਼ ਦੇ ਪਹਿਲੇ ਰਾਸ਼ਟਰਪਤੀ ਵਜੋਂ ਡਾਕਟਰ ਰਾਜਿੰਦਰ ਪ੍ਰਸਾਦ ਚੁਣੇ ਗਏ। ਭਾਰਤ ਵਿੱਚ ਰੇਲਵੇ ਲਾਈਨਾਂ ਦਾ ਕੰਮ 1951 ਵਿੱਚ ਪੂਰਾ ਹੋ ਚੁੱਕਾ ਸੀ, ਜਿਸ ਨਾਲ ਭਾਰਤ ਨੂੰ ਬਹੁਤ ਹੀ ਜ਼ਿਆਦਾ ਲਾਭ ਹੋਇਆ ਸੀ। ਅੱਜ ਦੇ ਸਮੇਂ ਵਿੱਚ ਭਾਰਤ ਦੁਨੀਆ ਦੇ ਸਭ ਤੋਂ ਵੱਡੇ ਰੇਲ ਨੈਟਵਰਕਾਂ ਦੇ ਵਿੱਚੋਂ ਇੱਕ ਹੈ। ਭਾਰਤ ਵਿੱਚ ਪਹਿਲੀਆਂ ਏਸ਼ੀਆਈ ਖੇਡਾਂ 1951 ਵਿੱਚ ਕਰਵਾਈਆਂ ਗਈਆਂ। ਭਾਰਤ ਨੇ ਲਾਲ ਬਹਾਦਰ ਸ਼ਾਸਤਰੀ ਜੀ ਦੀ ਅਗਵਾਈ ਹੇਠ ਹਰੀ ਕ੍ਰਾਂਤੀ ਨੂੰ ਸ਼ੁਰੂ ਕੀਤਾ, ਜਿਸ ਨਾਲ ਫਸਲਾਂ ਦੀ ਪੈਦਾਵਾਰ ਬਹੁਤ ਜ਼ਿਆਦਾ ਵਧੀ ਅਤੇ ਕਿਸਾਨਾਂ ਨੂੰ ਵੀ ਆਮਦਨ ਦੇ ਵਿੱਚ ਬਹੁਤ ਵੱਡਾ ਲਾਭ ਹੋਇਆ। ਲਾਲ ਬਹਾਦਰ ਸ਼ਾਸਤਰੀ ਜੀ ਦਾ ਇਹ ਨਾਰਾ ਜੈ ਜਵਾਨ ਜੈ ਕਿਸਾਨ ਅੱਜ ਹਰ ਭਾਰਤੀ ਦੀ ਜ਼ੁਬਾਨ ਦੇ ਉੱਤੇ ਰਹਿੰਦਾ ਹੈ। सोना उगले उगले हीरे मोती, मेरे देश की धरती, मेरे देश की धरती, मेरे देश की धरती, सोना उगले उगले हीरे मोती, मेरे देश की धरती, मेरे देश की धरती। घुंघरू जीवन का राग सुनाते हैं, जीवन का राग सुनाते हैं। गम को दूर हो जाता है, खुशियों के कमल मुस्काते हैं, खुशियों के कमल मुस्काते हैं। सुन के रहट की आवाजें, सुन के रहट की आवाजें, यूं लगे कहीं शहनाई बजे, लगे कहीं शहनाई बजे। आते ही मस्त बहारों के दुल्हन की तरह हर खेत सजे, दुल्हन की तरह हर खेत सजे। मेरे देश की धरती, मेरे देश की धरती, सोना उगले उगले हीरे मोती, मेरे देश की धरती, मेरे देश की धरती। इस धरती पे हल ममता अंगड़ाइयाँ लेती है, अंगड़ाइयाँ लेती है। सोना पूजे इस माटी को जो जीवन का सुख देती है, जो जीवन का सुख देती है। इस धरती पे जिसने जन्म लिया, इस धरती पे जिसने जन्म लिया, उसने ही पाया प्यार तेरा, जहाँ अपना पराया कोई नहीं,
सोना उगले उगले हीरे मोती, मेरे देश की धरती, मेरे देश की धरती। ਭਾਰਤ ਨੇ ਆਪਣਾ ਪਹਿਲਾ ਉਪਗ੍ਰਹਿ 1975 ਵਿੱਚ ਬਣਾਇਆ, ਜਿਸ ਦਾ ਨਾਮ ਭਾਰਤ ਦੇ ਮਹਾਨ ਗਣਿਤ ਦੇ ਮਾਹਰ ਆਰਿਆਭੱਟ ਦੇ ਨਾਮ ਤੋਂ ਰੱਖਿਆ ਗਿਆ ਸੀ। ਭਾਰਤ ਨੇ ਹੁਣ ਤੱਕ ਖੇਡਾਂ ਵਿੱਚ ਵੀ ਅਵਲ ਦਰਜੇ ਦਾ ਪ੍ਰਦਰਸ਼ਨ ਕੀਤਾ ਹੈ, ਜਿਸ ਵਿੱਚ ਹੁਣ ਤੱਕ ਏਸ਼ੀਆਈ ਖੇਡਾਂ, ਓਲੰਪਿਕ ਖੇਡਾਂ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਅਨੇਕਾਂ ਮੈਡਲ ਭਾਰਤ ਨੇ ਆਪਣੇ ਨਾਮ ਕੀਤੇ ਹਨ। 1983 ਵਿੱਚ ਕਪਿਲ ਦੇਵ ਦੀ ਅਗਵਾਈ ਹੇਠ ਕ੍ਰਿਕਟ ਦਾ ਵਿਸ਼ਵ ਕੱਪ ਜਿੱਤਿਆ। 2007 ਦਾ T20 ਵਿਸ਼ਵ ਕੱਪ, 2011 ਦਾ ਵਿਸ਼ਵ ਕੱਪ ਅਤੇ 2013 ਦੀ ਚੈਂਪੀਅਨਸ ਟਰੋਫੀ ਭਾਰਤ ਨੇ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਹੇਠ ਆਪਣੇ ਨਾਮ ਕੀਤੀ। 2013 ਵਿੱਚ ਹੀ ਭਾਰਤ ਦੁਨੀਆ ਦਾ ਪਹਿਲਾ ਦੇਸ਼ ਬਣਿਆ ਜਿਸ ਨੇ ਮੰਗਲ ਗ੍ਰਹਿ 'ਤੇ ਆਪਣਾ ਉਪਗ੍ਰਹਿ ਪਹਿਲੀ ਵਾਰ ਵਿੱਚ ਸਫਲਤਾ ਦੇ ਨਾਲ ਭੇਜਿਆ। ਸ਼੍ਰੀਨਿਵਾਸ ਰਾਮਾਨੁਜਨ ਜਿਹੇ ਗਣਿਤ ਦੇ ਮਾਹਿਰਾਂ ਨੇ ਆਪਣਾ ਹੁਨਰ ਪੂਰੀ ਦੁਨੀਆ ਵਿੱਚ ਵਿਖਾਇਆ। ਡਾਕਟਰ CV ਰਮਨ, ਨਰਿੰਦਰ ਸਿੰਘ ਕਪਾਨੀ ਜਿਹੇ ਕਈ ਵਿਗਿਆਨਿਕਾਂ ਨੇ ਅੱਜ ਦੇ ਵਿਗਿਆਨ ਦੇ ਸਮੇਂ ਦੇ ਕਈ ਸਿਧਾਂਤ ਦਿੱਤੇ। ਅੱਜ ਜਿਹੜਾ ਇੰਟਰਨੈਟ ਅਸੀਂ ਵਰਤੋਂ ਵਿੱਚ ਲੈ ਕੇ ਆ ਰਹੇ ਹਾਂ ਅਤੇ ਇਹ ਜੋ ਸਾਡੀ ਰੋਜ਼ਮर्रा ਦੀ ਜ਼ਰੂਰਤ ਬਣ ਚੁੱਕੀ ਹੈ, ਉਸ ਦੇ ਵਿੱਚ ਨਰਿੰਦਰ ਸਿੰਘ ਕਪਾਨੀ ਜੀ ਦਾ ਬਹੁਤ ਵੱਡਾ ਯੋਗਦਾਨ ਹੈ, ਜਿਹੜਾ ਕਿ ਭੁੱਲਣਯੋਗ ਬਿਲਕੁਲ ਵੀ ਨਹੀਂ ਹੈ। ਮੈਂ ਉਮੀਦ ਕਰਦਾ ਹਾਂ ਕਿ ਇਸ ਗੀਤ ਨੂੰ ਸੁਣ ਕੇ ਤੁਹਾਨੂੰ ਭਾਰਤ ਦੀ ਮਹਾਨਤਾ ਬਾਰੇ ਜ਼ਰੂਰ ਪਤਾ ਲੱਗਿਆ ਹੋਵੇਗਾ। ਸੱਚਾਈ ਵਿੱਚ ਹੀ ਸਾਡਾ ਇਹ ਦੇਸ਼ ਕਿੰਨਾ ਮਹਾਨ ਹੈ, ਜਿੱਥੇ ਡਾਕਟਰ CV ਰਮਨ ਜਿਹੇ ਵਿਗਿਆਨਕ, ਸ਼੍ਰੀਨਿਵਾਸ ਰਾਮਾਨੁਜਨ ਜਿਹੇ ਗਣਿਤਕਾਰ, ਸੁੰਦਰ ਪਿਚਾਈ, ਰਤਨ ਟਾਟਾ, ਇੰਦਰਾ ਨੂਈ, ਸਤਿਆ ਨਡੇਲਾ, ਪਰਾਗ ਅਗਰਵਾਲ ਜਿਹੇ ਲੋਕ ਨੇ ਜੋ ਆਪਣਾ ਹੁਨਰ ਪੂਰੀ ਦੁਨੀਆ ਦੇ ਸਾਹਮਣੇ ਪ੍ਰਦਰਸ਼ਿਤ ਕਰ ਰਹੇ ਨੇ ਅਤੇ ਭਾਰਤ ਦਾ ਨਾਮ ਗਰਵ ਨਾਲ ਉੱਚਾ ਕਰ ਰਹੇ ਨੇ। ਸਾਨੂੰ ਮਾਣ ਹੈ ਇਹਨਾਂ ਭਾਰਤੀਆਂ 'ਤੇ ਜੋ ਪੂਰੀ ਦੁਨੀਆ ਵਿੱਚ ਭਾਰਤ ਦਾ ਨਾਮ ਰੌਸ਼ਨ ਕਰ ਰਹੇ ਹਨ। ਜੇਕਰ ਸਾਡਾ ਇਹ ਮਹਾਨ ਦੇਸ਼ ਸਿਫਰ ਦੀ ਕਾਰਡ ਨਾ ਕੱਢਦਾ ਤਾਂ ਸ਼ਾਇਦ ਅੱਜ ਪੂਰੀ ਦੁਨੀਆ ਲਈ ਗਿਣਤੀ ਕਰਨਾ ਇੱਕ ਬਹੁਤ ਹੀ ਮੁਸ਼ਕਿਲ ਕੰਮ ਹੁੰਦਾ। ਜੇਕਰ ਸਾਡਾ ਇਹ ਦੇਸ਼ ਦਸ਼ਮਲਵ ਦੀ ਕਾਰਡ ਨਾ ਕੱਢਦਾ ਤਾਂ ਸ਼ਾਇਦ ਅੱਜ ਮੰਗਲ, ਚੰਦਰਮਾ ਅਤੇ ਬ੍ਰਹਿਮੰਡ ਦੇ ਬਾਕੀ ਗ੍ਰਹਿਾਂ ਦੀ ਦੂਰੀ ਦਾ ਪਤਾ ਲਗਾਉਣਾ ਬਹੁਤ ਮੁਸ਼ਕਿਲ ਹੁੰਦਾ ਅਤੇ ਇਹਨਾਂ ਗ੍ਰਹਿਾਂ ਤੱਕ पहुंचना भी लगभग असंभव होता। जब जीरो दिया मेरे भारत ने मेरे भारत ने दुनिया को तब गिनती आई, तारों की भाषा भारत ने दुनिया को पहले सिखलाई, देता न दशमलव भारत तो यूं चांद पे जाना मुश्किल था, धरती और चांद की दूरी का अंदाजा लगाना मुश्किल था, सभ्यता जहां पहले आई, सभ्यता जहां पहले आई, पहले जन्मी है जहां पे कला, अपना भारत वो भारत है जिसके पीछे संसार चला और आगे बढ़ा, यूं आगे बढ़ा बढ़ता ही गया,
भगवान करे ये और बढ़े, बढ़ता ही रहे और फूले फले, बढ़ता ही रहे और फूले फले। चुप क्यों हो गए? और सुनाओ। है प्रीत जहां की रीत सदा, है प्रीत जहां की रीत सदा, है प्रीत जहां की रीत सदा। मैं गीत वहां के गाता हूँ, भारत का रहने वाला हूँ, भारत की बात सुनाता हूँ। है प्रीत जहां की रीत सदा। ਅਖੀਰ ਵਿੱਚ ਮੈਂ ਰਵਿੰਦਰਨਾਥ ਟੈਗੋਰ ਜੀ ਦੀ ਕਵਿਤਾ ਦੇ ਰਾਹੀਂ ਆਪਣੇ ਸੁਪਨਿਆਂ ਦੇ ਭਾਰਤ ਦਾ ਜ਼ਿਕਰ ਕਰਾਂਗਾ। Where the mind is without fear and the head is held high, where the knowledge is free and the world is not broken into fragments, where words come out from the depth of truth, where tireless striving stretches its arms towards perfection, where the clear stream of reason has not lost its way into the dreary desert sand of dead habit, where the mind is led forward by thee into ever-widening thought and action, into that heaven of freedom, my father, let my country awake। ਇਸ ਕਵਿਤਾ ਵਿੱਚ ਰਵਿੰਦਰਨਾਥ ਟੈਗੋਰ ਜੀ ਇਹ ਕਹਿ ਰਹੇ ਨੇ ਕਿ ਜਿੱਥੇ ਮਨ ਵਿੱਚ ਕੋਈ ਡਰ ਨਾ ਹੋਵੇ, ਗਿਆਨ ਅਤੇ ਵਿੱਦਿਆ ਹਰ ਨਾਗਰਿਕ ਲਈ ਹੋਵੇ, ਦੇਸ਼ ਕਿਸੇ ਵੀ ਤਰ੍ਹਾਂ ਦੀ ਵੰਡ ਵਿੱਚ ਨਾ ਵੰਡਿਆ ਗਿਆ ਹੋਵੇ, ਅਤੇ ਜਿੱਥੇ ਹਰ ਸ਼ਬਦ ਸੱਚਾਈ ਦੀਆਂ ਗਹਿਰਾਈਆਂ ਵਿੱਚੋਂ ਆਵੇ, ਜਿੱਥੇ ਵਿਅਕਤੀ ਦੀ ਅਣਥੱਕ ਮਿਹਨਤ ਦਾ ਫਲ ਮਿਲੇ, ਜਿੱਥੇ ਸੱਚ ਦੀ ਆਵਾਜ਼ ਬੁਲੰਦ ਹੋਵੇ, ਜਿੱਥੇ ਮਨ ਹਮੇਸ਼ਾ ਤਰੱਕੀ ਅਤੇ ਆਜ਼ਾਦੀ ਬਾਰੇ ਹੀ ਵਿਚਾਰੇ, ਹੇ ਪਰਮਾਤਮਾ ਮੇਰੇ ਸੁਪਨਿਆਂ ਦਾ ਦੇਸ਼ ਸੱਚ ਹੋਵੇ। ਇਸ ਦੇ ਨਾਲ ਹੀ ਮੈਨੂੰ ਅੰਕੁਸ਼ ਸ਼ਰਮਾ ਨੂੰ ਪ੍ਰੋਗਰਾਮ ਖਤਮ ਕਰਨ ਦੀ ਦਿਓ ਇਜਾਜ਼ਤ। ਜੈ ਹਿੰਦ।